ਜਿਹੜਾ ਸਾਨੂੰ ਪ੍ਰਾਪਤ ਕੀਤਾ ਹੈ, ਸਾਨੂੰ ਦਿੱਤਾ ਹੈ। ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਲੜੀਵਾਰ ਸ਼ਬਦ ਵਿਚਾਰ ਆਪਾਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹਾਂ, ਪਿਛਲੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਜੋ ਬਾਣੀ ਹੈ ਉਸ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਔਰ ਸਭ ਤੋਂ ਵੱਧ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਭ ਤੋਂ ਵੱਧ ਜਿਹੜੀਆਂ ਸਿੱਖਿਆਵਾਂ ਜਾਂ ਕਹਿ ਲਓ ਕਿ ਸਭ ਤੋਂ ਵੱਧ ਜਿਹੜੇ ਗੁਣ ਨੇ ਸਾਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਿਖਾਏ ਜਾਂਦੇ ਨੇ ਕਿ ਬੰਦਿਆ, ਅਕਾਲ ਪੁਰਖ ਪਰਮਾਤਮਾ ਜੀ ਦਾ ਧੰਨਵਾਦ ਕਰਨਾ ਸਿੱਖ। ਜਿਸ ਇਨਸਾਨ ਨੇ ਵਾਹਿਗੁਰੂ ਦਾ ਧੰਨਵਾਦ ਕਰਨਾ ਸਿੱਖ ਲਿਆ, ਉਹ ਥੋੜੀਆਂ ਦਾਤਾਂ ਦੇ ਵਿੱਚ ਵੀ ਰਜਿਆ ਹੋਇਆ ਹੈ। ਤੇ ਜਿਨੇ ਅਕਾਲ ਪੁਰਖ ਪਰਮਾਤਮਾ ਦੀ ਦਾ ਧੰਨਵਾਦ ਨਹੀਂ ਕੀਤਾ, ਉਹ ਭਾਵੇਂ ਜਿੰਨੀਆਂ ਮਰਜ਼ੀ ਵਸਤੂਆਂ ਲੈ ਕੇ ਬੈਠਾ ਰਵੇ, ਜਿੰਨਾ ਮਰਜ਼ੀ ਉਹਨੂੰ ਪਰਮਾਤਮਾ ਭਾਵੇਂ ਸਭ ਕੁਝ ਦੇ ਦੇਵੇ, ਪਰ ਜੇ ਕਿਤੇ ਉਹਦੀ ਮਨ ਦੀ ਇੱਕ ਮੁਰਾਦ ਕਿਧਰੇ ਪੂਰੀ ਨਾ ਹੋਈ ਤੇ ਕਹਿੰਦੇ ਅਕਾਲ ਪੁਰਖ ਪਰਮਾਤਮਾ ਨੂੰ ਬੁਰਾ ਆਖਣ ਲੱਗ ਪੈਂਦਾ ਹੈ। ਤੇ ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਇਹ ਦੋਵੇਂ ਫਰਮਾਨ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ। ਹੇ ਮਨੁੱਖ, ਪ੍ਰਾਣੀ ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਚੇਤੇ ਕਰਕੇ ਤੇਰੇ ਕੋਲ ਵਾਹਿਗੁਰੂ ਦਾ ਦਿੱਤਾ ਹੋਇਆ ਸਭ ਕੁਝ ਹੈ। ਕਿਹੜੀ ਛੈ ਹੈ ਜਿਹੜੀ ਤੈਨੂੰ ਵਾਹਿਗੁਰੂ ਨੇ ਨਹੀਂ ਬਖਸ਼ਿਸ਼ ਕੀਤੀ? ਸਭ ਕੁਝ ਤੈਨੂੰ ਦਿੱਤਾ ਹੋਇਆ ਹੈ ਤੇ ਉਸ ਦੇ ਗੁਣਾਂ ਨੂੰ ਚੇਤੇ ਦੇ ਵਿੱਚ ਰੱਖ, ਉਹਦੇ ਗੁਣ ਜਿਹੜੇ ਨੇ ਉਹਨੂੰ ਚੇਤੇ ਕਰ। ਔਰ ਜਿਹੜਾ ਬੰਦਾ ਧੰਨਵਾਦ ਵਿੱਚ ਜੁੜ ਗਿਆ, ਸਤਿਗੁਰੂ ਜੀ ਕਹਿੰਦੇ ਨੇ ਉਸ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦਾ ਨਿਵਾਸ ਹੈ। ਤੇ ਕਹਿੰਦੇ ਜਿਹੜਾ ਉਲਾਂਭੇ ਦੇ ਕੇ ਪਰਮਾਤਮਾ ਨੂੰ ਜਿਹੜਾ ਕਹਿੰਦਾ ਹੈ ਕਿ ਪਰਮਾਤਮਾ ਨੇ ਮੈਨੂੰ ਕੁਝ ਦਿੱਤਾ ਹੀ ਨਹੀਂ ਹੈ, ਤੇ ਸਤਿਗੁਰੂ ਜੀ ਕਹਿੰਦੇ ਏਕ ਪੀ ਨਾ ਦੇ 10 ਪੀ ਹਿਰ ਲੈ। ਕਹਿੰਦੇ ਇੱਕ ਵੀ ਨਾ ਦਵੇ ਅਕਾਲ ਪੁਰਖ ਪਰਮਾਤਮਾ। ਤੇ ਕਹਿੰਦੇ ਜਿਹੜੀਆਂ ਤੇਰੇ ਕੋਲ 10 ਵਸਤੂਆਂ ਨੇ, ਸਭ ਕੁਝ ਘਰ ਦੇ ਵਿੱਚ ਹੈ, ਉਹ ਵੀ ਅਕਾਲ ਪੁਰਖ ਪਰਮਾਤਮਾ ਖੋਹ ਲਵੇ। ਤਉ ਮੂੜਾ ਕੋਹ ਕਹਾਂ ਕਰੇ। ਸੋ ਕਹਿਣ ਲੱਗੇ, ਹੇ ਮੂਰਖ, ਕੀ ਸਾਡੀ ਪਾਇਆ ਹੈ ਕਿ ਅਸੀਂ ਉਸ ਵਾਹਿਗੁਰੂ ਦੇ ਅੱਗੇ ਇਸ ਉਲਾਂਭੇ ਦੇ ਨਾਲ ਆਖੀਏ ਕਿ ਪਰਮਾਤਮਾ ਤੂੰ ਗਲਤ ਕੀਤਾ ਹੈ। ਅਸੀਂ ਉਸ ਅੱਗੇ ਕੁਛ ਚਾਰਾ ਨਹੀਂ ਚੱਲ ਸਕਦਾ ਸਾਡਾ ਕਿ ਅਸੀਂ ਵਾਹਿਗੁਰੂ ਨੂੰ ਆਖੀਏ ਵੀ ਤੂੰ ਬਹੁਤ ਵੱਡਾ ਗਲਤ ਕੀਤਾ, ਗੁਨਾਹ ਕੀਤਾ ਹੈ। ਕਹਿੰਦੇ ਉਸ ਅੱਗੇ ਫਿਰ ਚਾਰਾ ਨਹੀਂ ਚੱਲ ਸਕਦਾ, ਕਿਉਂਕਿ ਉਹ ਕਰਨ ਕਾਰਨ ਸਮਰੱਥ ਹੈ, ਕੁਝ ਵੀ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹਮੇਸ਼ਾ ਹੀ ਤੂੰ ਸਾਧ ਸੰਗਤ ਦੇ ਵਿੱਚ ਆ। ਸਾਧ ਸੰਗਤ ਦੇ ਵਿੱਚ ਜੁੜਨ ਕਰਕੇ ਤੈਨੂੰ ਪਰਮਾਤਮਾ ਜੀ ਦੇ ਨਾਮ ਜੁੜਨ ਦਾ, ਪਰਮਾਤਮਾ ਜੀ ਦਾ ਨਾਮ ਜਾਂ ਪਰਮਾਤਮਾ ਦੀ ਬੰਦਗੀ ਕਰਨ ਦਾ ਢੰਗ ਪ੍ਰਾਪਤ ਹੋਵੇਗਾ। ਜਦੋਂ ਅਸੀਂ ਬਾਲ ਅਵਸਥਾ ਦੇ ਵਿੱਚ ਹੁੰਦੇ ਹਾਂ, ਮਾਂ ਬਾਪ ਸਾਡੀ ਉਂਗਲੀ ਫੜ ਕੇ ਸਾਨੂੰ ਗੁਰੂ ਘਰ ਵਿਖੇ ਲੈ ਕੇ ਆਉਂਦੇ ਨੇ। ਫਿਰ ਅਸੀਂ ਕੀ ਕਰਦੇ ਹਾਂ ਕਿ ਜਿਵੇਂ ਅਸੀਂ ਮੱਥਾ ਟੇਕਦੇ ਹਾਂ, ਉਵੇਂ ਹੀ ਉਹ ਬਾਲਕ ਜਿਹੜਾ ਹੈ, ਉਹ ਬੱਚਾ ਮੱਥਾ ਟੇਕਦਾ ਹੈ। ਫਿਰ ਅਸੀਂ ਕੀ ਕਰਦੇ ਹਾਂ, ਸਾਧ ਸੰਗਤ ਦੇ ਵਿੱਚ ਬੈਠਦੇ ਹਾਂ। ਉਹ ਕੁਝ ਦਿਨ ਉਹ ਬਾਲਕ ਜਿਹੜਾ ਹੈ ਉਹ ਨਹੀਂ ਚੌਂਕੜਾ ਲਾ ਸਕਦਾ, ਪਰ ਹੌਲੀ ਹੌਲੀ ਵੇਖ ਕੇ ਸਾਧ ਸੰਗਤ ਦੇ ਵਿੱਚ ਆ ਕੇ ਉਹਨੂੰ ਚੌਂਕੜਾ ਲਾਉਣ ਦਾ ਢੰਗ ਪ੍ਰਾਪਤ ਹੋ ਜਾਂਦਾ, ਪਤਾ ਲੱਗ ਜਾਂਦਾ ਹੈ। ਫਿਰ ਜਿਵੇਂ ਅਸੀਂ ਪਾਠ ਕਰਦੇ ਹਾਂ, ਜਿਵੇਂ ਅਸੀਂ ਸੇਵਾ ਕਰਦੇ ਹਾਂ, ਫਿਰ ਉਹ ਵੀ ਬਾਲਕ ਜਿਹੜਾ ਉਹ ਸੇਵਾ ਕਰਨ ਦਾ ਜਿਹੜਾ ਹੈ ਸਿੱਖ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ। ਫਿਰ ਹੌਲੀ ਹੌਲੀ ਮਹਾਰਾਜ ਕਹਿੰਦੇ ਸਾਧ ਸੰਗਤ ਦੇ ਵਿੱਚ ਆਉਣ ਦਾ ਕਾਰਨ ਇਹੀ ਹੈ ਕਿ ਸਾਨੂੰ ਢੰਗ ਪ੍ਰਾਪਤ ਹੁੰਦਾ ਹੈ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਜਪਣਾ ਕਿਵੇਂ ਹੈ, ਉਸ ਪਰਮਾਤਮਾ ਨੂੰ ਚੰਗਾ ਕੀ ਲੱਗਦਾ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਸਈ ਸੁੰਦਰ ਸੋਹਣੇ
ਸਾਧ ਸੰਗ ਜਿਨ ਬਹਿਣੇ, ਕਹਿੰਦੇ ਉਹ ਸੁੰਦਰ ਨੇ। ਸੋਹਣੇ ਤੋਂ ਭਾਵ ਹੁੰਦਾ ਹੈ ਉਹਨਾਂ ਦਾ ਜੀਵਨ ਸੁਚੱਜਾ ਹੈ। ਸ਼ਕਲਾਂ ਤੋਂ ਇੱਥੇ ਹਿਸਾਬ ਨਹੀਂ ਹੈ, ਇੱਥੇ ਆਤਮਿਕ ਤੌਰ ਤੇ ਉਹ ਸੋਹਣਾ ਹੋ ਜਾਂਦਾ ਹੈ ਜਿਹੜਾ ਸਾਧ ਸੰਗਤ ਦੇ ਵਿੱਚ ਆਣ ਕੇ ਬੈਠਦਾ ਹੈ। ਇੱਥੇ ਬੈਠ ਕੇ ਫਿਰ ਸਾਨੂੰ ਪ੍ਰਾਪਤ ਹੁੰਦਾ ਹੈ ਅਸੀਂ ਵਾਹਿਗੁਰੂ ਨੂੰ ਜਪਣਾ ਕਿਵੇਂ ਹੈ, ਅਕਾਲ ਪੁਰਖ ਪਰਮਾਤਮਾ ਜੀ ਦਾ ਧਿਆਨ ਕਿਵੇਂ ਲਾਉਣਾ ਹੈ। ਤੇ ਅੱਜ ਦਾ ਜਿਹੜਾ ਬਚਨ ਹੈ 7ਵੀਂ ਅਸ਼ਟਪਦੀ ਦਾ ਇਹ ਚੌਥਾ ਜਿਹੜਾ ਪਦਾ ਹੈ ਬੰਦ ਹੈ ਔਰ 271 ਅੰਗ ਤੇ ਸੁਭਾਏਮਾਨ ਨੇ। ਸਤਿਗੁਰੂ ਜੀ ਕਹਿੰਦੇ ਨੇ ਸਾਧ ਕੇ ਸੰਗ ਨਾ ਕਬਹੂ ਧਾਵੇ। ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠਦੇ ਹਾਂ, ਜਿਹੜਾ ਮਨ ਸਾਰੇ ਪਾਸੇ ਭਟਕਦਾ ਹੁੰਦਾ ਹੈ ਉਹ ਮਨ ਸਥਿਰ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਟਿਕਦਾ ਕਿਵੇਂ ਹੈ? ਕਿਉਂਕਿ ਸਾਧ ਸੰਗਤ ਦੇ ਵਿੱਚ ਬੈਠਣ ਲੱਗੇ ਆ, ਸਾਨੂੰ ਬਜ਼ੁਰਗ ਵੀ ਬੈਠੇ ਹੋਏ ਦਿਸਦੇ ਨੇ, ਨੌਜਵਾਨ ਵੀ ਬੈਠੇ ਹੋਏ ਦਿਸਦੇ ਨੇ। ਇੱਥੇ ਹਰ ਪ੍ਰਕਾਰ ਦਾ ਸਾਨੂੰ ਸੋਝੀ ਮਿਲ ਸਕਦੀ ਹੈ। ਹੁਣ ਜੇ ਅਸੀਂ ਕਹੀਏ ਕਿ ਬਜ਼ੁਰਗ ਅਵਸਥਾ ਦੇ ਵਿੱਚ ਬੈਠਣਾ ਬਹੁਤ ਔਖਾ ਹੈ, ਤੇ ਜਦੋਂ ਸਾਧ ਸੰਗਤ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਬਜ਼ੁਰਗ ਬੈਠੇ ਹੋਏ ਮਿਲਦੇ ਨੇ। ਤੇ ਜੇ ਅਸੀਂ ਆਖੀਏ ਵੀ ਆਹੀ ਕਮਾਉਣ ਦਾ ਸਮਾਂ ਹੈ, ਹੁਣੀ ਤਾਂ ਸਮਾਂ ਹੈ ਕਮਾਉਣ ਦਾ, ਭੱਜ ਦੌੜ ਕਰ ਲਈਏ, ਤੇ ਇੱਥੇ ਸਾਨੂੰ ਨੌਜਵਾਨ ਬੈਠੇ ਹੋਏ ਵੀ ਦਿਸਦੇ ਨੇ। ਵੀ ਜਿਹੜਾ ਸਮਾਂ ਅਸੀਂ ਕਹਿੰਦੇ ਹਾਂ ਵੀ ਭੱਜ ਦੌੜ ਦਾ ਸਮਾਂ ਹੈ, ਇੱਥੇ ਤਾਂ ਉਹ ਵੀ ਬੈਠੇ ਹੋਏ ਨੇ। ਇਸ ਤਰੀਕੇ ਦੇ ਨਾਲ ਫਿਰ ਜਿਹੜਾ ਮਨ ਸਾਰੇ ਪਾਸੇ ਦੌੜਦਾ ਪਿਆ ਸੀ ਨਾ, ਇੱਥੇ ਆਣ ਕੇ ਸਥਿਰ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਵੀ ਸਾਧ ਸੰਗਤ ਦੇ ਵਿੱਚ ਬੈਠੀਏ ਤਾਂ ਸਹੀ। ਇੰਨੇ ਲੋਕ ਬੈਠੇ ਨੇ, ਇੰਨੇ ਪ੍ਰਾਣੀ ਬੈਠੇ ਨੇ, ਆਖਰਕਾਰ ਉਹਨਾਂ ਨੂੰ ਕੁਝ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਕੁਝ ਮਿਲ ਰਿਹਾ ਹੈ, ਕੁਝ ਉਹਨਾਂ ਦੇ ਨਸੀਬ ਦੇ ਵਿੱਚ ਹੈ, ਤਾਂ ਹੀ ਉਹ ਬੈਠੇ ਆ ਨਾ। ਕੋਈ ਫਲ ਪ੍ਰਾਪਤ ਹੁੰਦਾ ਹੈ ਤਾਂ ਹੀ ਉਹ ਬੈਠੇ ਹਨ ਨਾ, ਕੁਝ ਤਾਂ ਲਾਭ ਹੋਏਗਾ ਨਾ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਪੜ੍ਹਨ ਦੇ ਨਾਲ ਜੇ ਮਨੁੱਖ ਨੂੰ ਲਾਭ ਨਹੀਂ ਹੁੰਦਾ ਤੇ ਫਿਰ ਉਹ ਰੱਬ ਸਾਡੇ ਨਾਲ ਧੋਖਾ ਕਰਦਾ ਹੈ। ਅਸੀਂ ਸੰਸਾਰੀ ਜੀਵਾਂ, ਕਿਸੇ ਨੇ ਚੰਗੇ ਗੁਣ ਸਿੱਖੇ ਹੋਣ, ਚੰਗੀ ਵਿੱਦਿਆ ਪ੍ਰਾਪਤ ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਜੇ ਉਸ ਨੇ ਪੜ੍ਹਾਈ ਕਰਕੇ ਕਿਸੇ ਖਾਸ ਮਨੁੱਖ ਦੇ ਕੋਲ ਗਿਆ, ਉਸ ਮਨੁੱਖ ਨੇ ਉਸ ਦੇ ਗੁਣ ਵੇਖੇ, ਉਸ ਦੀ ਵਿੱਦਿਆ ਦਾ ਪਸਾਰਾ ਵੇਖਿਆ ਕਿ ਕਿੰਨੀ ਵਿੱਦਿਆ ਪੜ੍ਹੀ ਹੈ, ਕਿੰਨਾ ਪੜ੍ਹਿਆ ਲਿਖਿਆ ਹੈ, ਉਸ ਬੰਦੇ ਨੇ ਉਸ ਇਨਸਾਨ ਨੂੰ ਆਪਣੇ ਕਾਰਜ ਦੇ ਵਿੱਚ ਲਾ ਲਿਆ, ਨੌਕਰੀ ਦੇ ਦਿੱਤੀ, ਤੇ ਉਸ ਗੁਣ ਦੇ ਕਰਕੇ ਉਹਨੂੰ ਪੈਸੇ ਦਿੱਤੇ, ਤਨਖਾਹ ਦਿੱਤੀ। ਸੋ ਇਸ ਕਰਕੇ ਰੱਬ ਦੇ ਨਾਲੋਂ ਤਾਂ ਫਿਰ ਉਹ ਬੰਦਾ ਹੀ ਚੰਗਾ ਹੋ ਗਿਆ ਜਿਹਨੇ ਇੱਕ ਬੰਦੇ ਦੇ ਗੁਣ ਦੀ ਕਦਰ ਪਾ ਕੇ ਉਹਨੂੰ ਤਨਖਾਹ ਦੇ ਦਿੱਤੀ। ਫਿਰ ਜਿਸ ਰੱਬ ਦੇ ਕੋਲ ਅਸੀਂ ਆਉਣੇ ਆ, ਬੈਠਦੇ ਆ, ਤੇ ਜੇ ਉਹ ਰੱਬ ਆਪਣੀ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ, ਬੈਠਣ ਦਾ ਸਾਨੂੰ ਫਲ ਨਾ ਦੇਵੇ, ਤੇ ਫਿਰ ਅਕਾਲ ਪੁਰਖ ਪਰਮਾਤਮਾ ਚੰਗਾ ਨਹੀਂ ਹੈ, ਫਿਰ ਉਹ ਇਨਸਾਨ ਚੰਗਾ ਹੈ। ਇਸ ਕਰਕੇ ਸਾਡੇ ਬੈਠਣ ਦਾ, ਸਾਡੇ ਸੇਵਾ ਕਰਨ ਦਾ, ਸਾਡੇ ਸਿਮਰਨ ਕਰਨ ਦਾ ਫਲ ਸਤਿਗੁਰੂ ਸਾਨੂੰ ਜ਼ਰੂਰ ਦਿੰਦਾ ਹੈ। ਕਿਉਂਕਿ ਉਹ ਰੱਖਦਾ ਨਹੀਂ ਹੈ, ਲੁਕਾ ਕੇ ਨਹੀਂ ਰੱਖਦਾ। ਜੇ ਉਹ ਲੁਕਾ ਕੇ ਰੱਖੇਗਾ ਸਾਡੇ ਤੋਂ ਕੁਝ, ਸਾਡੀ ਮਿਹਨਤ ਦਾ ਫਲ, ਤੇ ਫਿਰ ਉਹ ਰੱਬ ਨਹੀਂ ਹੈ, ਉਹ ਅਕਾਲ ਪੁਰਖ ਪਰਮਾਤਮਾ ਫਿਰ ਇਨਸਾਫ ਨਾ ਕਰਦਾ ਹੋਇਆ। ਕਿਉਂਕਿ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਸਾਚਾ ਸਾਹਿਬ ਸਾਚ ਨਾਏ, ਕਿ ਉਹ ਅਕਾਲ ਪੁਰਖ ਪਰਮਾਤਮਾ ਸੱਚਾ ਹੈ ਤੇ ਉਹਦਾ ਜਿਹੜਾ ਨਿਆਂ ਹੈ ਉਹ ਵੀ ਸੱਚਾ ਹੈ। ਉਹ ਕਦੇ ਵੀ ਝੂਠ ਨਹੀਂ ਬੋਲਦਾ, ਜਾਂ ਪੈਸੇ ਲੈ ਕੇ ਕਿਸੇ ਝੂਠੇ ਮਨੁੱਖ ਦੇ ਪ੍ਰਤੀ, ਜਿਵੇਂ ਸੰਸਾਰ ਦੇ ਵਿੱਚ ਚੱਲਦਾ ਹੈ ਕਿ ਕਈ ਵਾਰੀ ਜਿਹਨੇ ਗੁਨਾਹ ਕੀਤਾ ਹੁੰਦਾ ਹੈ ਉਹਦੀ ਸਜ਼ਾ ਮਾਫ ਹੋ ਜਾਂਦੀ ਹੈ, ਤੇ ਜਿਹਨੇ ਗੁਨਾਹ ਹੀ ਨਹੀਂ ਕੋਈ ਕੀਤਾ ਉਹਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਫਿਰ ਰੱਬ ਵੀ ਜੇ ਇਦਾਂ ਦਾ ਹੋ ਜਾਵੇ ਤੇ ਫਿਰ ਅਸੀਂ ਕਿਸ ਅੱਗੇ ਅਰਦਾਸ ਕਰਾਂਗੇ, ਫਿਰ ਅਸੀਂ ਕਿਸ ਦੇ ਕੋਲ ਜਾਵਾਂਗੇ। ਇਸ ਕਰਕੇ ਸਾਧ ਸੰਗਤ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਬੈਠਣ ਦਾ ਮਕਸਦ ਹੀ ਇਹ ਹੈ ਵੀ ਹੋ ਸਕਦਾ ਵੀ ਉਹਨਾਂ ਪ੍ਰਾਣੀਆਂ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਹੋਵੇ ਜਿਹੜਾ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ, ਪਰਮਾਤਮਾ ਜੀ ਦੀਆਂ ਚੰਗਿਆਈਆਂ ਬਾਰੇ ਦੱਸ ਦੇਵੇ। ਤੇ ਮਹਾਰਾਜ ਕਹਿੰਦੇ ਨੇ ਜੇ ਜੁੜਨਾ ਹੈ ਤੇ ਫਿਰ ਭਾਲ ਤਾਂ ਫਿਰ ਸਾਧੂ ਦੀ ਹੋਏਗੀ ਨਾ, ਚੰਗੇ ਪੁਰਸ਼ ਦੀ ਹੋਏਗੀ। ਜੇ ਕਿਸੇ ਇਨਸਾਨ ਨੇ ਜੁੜਨਾ ਹੈ, ਜੇ ਬੰਦੇ ਨੂੰ ਪਿਆਸ ਲੱਗੀ ਹੈ ਤੇ ਭਾਲ ਪਾਣੀ ਦੀ ਹੈ, ਤੇ ਇਸ ਕਰਕੇ ਜੇ ਬੰਦੇ ਨੂੰ ਭੁੱਖ ਲੱਗੀ ਹੈ ਤੇ ਭਾਲ ਉਹਨੂੰ ਰੋਟੀ ਦੀ ਹੋਵੇਗੀ।
ਇਵੇਂ ਹੀ ਜੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦੀ ਜੇ ਕਿਸੇ ਅੰਦਰ ਭੁੱਖ ਹੈ ਤੇ ਉਹ ਜ਼ਰੂਰ ਕਿਧਰੇ ਨਾ ਕਿਧਰੇ ਇਹ ਸੋਚਦਾ ਹੋਵੇਗਾ ਵੀ ਹੇ ਰੱਬ ਜੀ, ਕੋਈ ਨਾ ਕੋਈ ਰੱਬ ਦਾ ਭਲਾ ਜੀਵ ਮੈਨੂੰ ਮਿਲ ਜਾਵੇ, ਜਿਹਦੇ ਕਰਕੇ ਜਿਹਦੇ ਰਾਹੀਂ ਮੈਂ ਤੇਰੇ ਨਾਮ ਨੂੰ ਜਪ ਸਕਾਂ। ਤੇ ਗੁਰਬਾਣੀ ਦਾ ਫਰਮਾਨ ਹੈ, ਹੇ ਵਾਹਿਗੁਰੂ ਕੋਈ ਜਨ ਹਰਿ ਸਿਉ ਦੇਵੇ ਜੋਰ। ਹੇ ਅਕਾਲ ਪੁਰਖ ਪਰਮਾਤਮਾ, ਮੈਨੂੰ ਕੋਈ ਸੇਵਕ ਤੇਰੇ ਨਾਲ ਜੋੜ ਦੇਵੇ। ਚਰਨ ਗਹੋ ਰਸਨਾ, ਮੈਂ ਉਹਦੇ ਚਰਨ ਪਕੜ ਲਵਾਂ, ਆਪਣੀ ਰਸਨਾ ਤੋਂ ਆਪਣੀ ਜ਼ੁਬਾਨ ਤੋਂ ਉਹਦੇ ਵਾਸਤੇ ਚੰਗੇ ਬਚਨ ਬੋਲਾਂ। ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ, ਜੇ ਉਹ ਮੇਰੇ ਤੋਂ ਪ੍ਰਾਣ ਵੀ ਮੰਗਦਾ ਹੈ, ਜੇ ਉਸ ਦੇ ਬਦਲੇ ਮੈਨੂੰ ਸ਼ਹੀਦ ਵੀ ਹੋਣਾ ਪੈਂਦਾ ਹੈ, ਤੇ ਮੈਂ ਸੰਕੋਚ ਨਹੀਂ ਕਰਾਂਗਾ। ਦੀਜੈ ਪ੍ਰਾਣ ਅਕੋਰ, ਮੈਂ ਆਪਣੇ ਪ੍ਰਾਣ ਵੀ ਉਹਦੇ ਅੱਗੇ ਭੇਟਾ ਦੇ ਰੂਪ ਦੇ ਵਿੱਚ ਰੱਖ ਦੇਵਾਂਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਦੋਂ ਇਹੋ ਜੀ ਅਵਸਥਾ ਬਣ ਜਾਂਦੀ ਹੈ ਨਾ, ਤਰਲਾ ਬਣ ਜਾਂਦਾ ਹੈ, ਉਸ ਸਮੇਂ ਫਿਰ ਮਨ ਜਿਹੜਾ ਭਟਕਦਾ ਨਹੀਂ ਹੈ। ਜਦੋਂ ਕੋਈ ਸੱਚਾ ਸਾਧੂ ਮਿਲ ਜਾਂਦਾ ਹੈ, ਸੱਚਾ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਜਪਣ ਵਾਲਾ ਮਿਲ ਜਾਂਦਾ ਹੈ ਨਾ, ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਮਨ ਚਾਰੇ ਪਾਸੇ ਦਸਾਂ ਦਿਸ਼ਾਵਾਂ ਵੱਲ ਦੌੜਦਾ ਪਿਆ ਸੀ, ਸਾਧ ਕੇ ਸੰਗ ਨਾ ਕਬਹੂ ਧਾਵੇ, ਹੁਣ ਇਹ ਦੌੜਦਾ ਨਹੀਂ ਹੈ, ਇਹ ਮਨ ਟਿਕ ਜਾਂਦਾ ਹੈ। ਕਿਉਂਕਿ ਪਤਾ ਲੱਗ ਗਿਆ ਵੀ ਇੱਥੇ ਬੈਠਣ ਦਾ ਲਾਭ ਹੀ ਲਾਭ ਹੈ, ਕੋਈ ਹਾਨੀ ਨਹੀਂ ਹੈ, ਕੋਈ ਘਾਟਾ ਨਹੀਂ ਹੈ। ਇੱਥੇ ਬੈਠਣ ਦੇ ਨਾਲ ਕਦੇ ਵੀ ਕੋਈ ਘਾਟਾ ਨਹੀਂ ਪੈਂਦਾ, ਕਦੇ ਵੀ ਇਨਸਾਨ ਜਿਹੜਾ ਹੈ ਉਹ ਘਾਟੇ ਵੱਲ ਨਹੀਂ ਜਾਂਦਾ, ਸਗੋਂ ਉਹਨੂੰ ਲਾਭ ਹੀ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧੂਆਂ ਦੀ ਸੰਗਤ ਦੇ ਵਿੱਚ ਬੈਠਣ ਦੇ ਨਾਲ, ਗੁਰੂ ਦੀ ਸੰਗਤ ਕਰਨ ਦੇ ਨਾਲ ਮਨੁੱਖ ਨੂੰ ਹਮੇਸ਼ਾ ਹੀ ਸੁੱਖ ਮਿਲਦਾ ਹੈ, ਉਸ ਨੂੰ ਕੋਈ ਦੁੱਖ ਸਤਾ ਨਹੀਂ ਸਕਦਾ। ਸੁੱਖ ਕਿਸ ਚੀਜ਼ ਨੂੰ ਆਖਿਆ ਜਾਂਦਾ ਹੈ? ਜੇ ਬੰਦਾ ਸੁੱਖ ਸਰੀਰ ਦੇ ਨਾਲ ਜੋੜਦਾ ਹੈ ਤੇ ਇਹ ਪੱਕੀ ਗੱਲ ਹੈ ਕਿ ਉਹ ਇਨਸਾਨ ਜਿਹੜਾ ਹੈ ਉਹ ਹਮੇਸ਼ਾ ਦੁਖੀ ਰਹੇਗਾ। ਜੇ ਸਰੀਰਕ ਤੌਰ ਤੇ ਸਾਨੂੰ ਸੁੱਖ ਚਾਹੀਦੇ ਨੇ, ਸਰੀਰਕ ਤੌਰ ਦਾ ਸੁੱਖ ਕੀ ਹੁੰਦਾ ਹੈ? ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਤਾਂ ਜਪਦੇ ਹਾਂ, ਉਹਦੇ ਵਾਸਤੇ ਕਈਆਂ ਨੇ ਚਲੀਏ ਰੱਖੇ, ਕਈਆਂ ਨੇ ਨੰਗੇ ਪੈਰੀ ਆਉਣ ਦਾ ਗੁਰੂ ਕੋਲ ਯਤਨ ਕੀਤਾ, ਕਈਆਂ ਨੇ ਪੈਰਾਂ ਦੇ ਵਿੱਚ ਚੱਪਲ ਨਾ ਪਾਈ, ਤੇ ਕਹਿੰਦੇ ਇਸ ਤਰੀਕੇ ਦੇ ਨਾਲ ਯਾਤਰਾ ਕੀਤੀ। ਕਿਉਂ? ਕਿਉਂਕਿ ਮੇਰੀ ਮਨੋਕਾਮਨਾ ਪੂਰੀ ਹੋਵੇ, ਉਸ ਮਨੋਕਾਮਨਾ ਦੇ ਵਿੱਚੋਂ ਜਿਹੜਾ ਮੈਨੂੰ ਸੁੱਖ ਮਿਲੇਗਾ ਉਹ ਪ੍ਰਾਪਤ ਹੋਵੇਗਾ। ਇਹ ਹੈ ਸਰੀਰਕ ਸੁੱਖ। ਅਸੀਂ ਨੰਗੇ ਪੈਰੀ ਵੀ ਆਏ, ਚਲਿਆ ਵੀ ਰੱਖਿਆ, ਹੋਰ ਕਈ ਤਰ੍ਹਾਂ ਦੇ ਉਪਾਅ ਕੀਤੇ, ਤੇ ਜੇ ਸਾਡੀ ਮਨੋਕਾਮਨਾ ਨਾ ਪੂਰੀ ਹੋਵੇ, ਜੇ ਜੋ ਅਸੀਂ ਸੁੱਖ ਚਾਹੁੰਦੇ ਹਾਂ, ਜੋ ਧਨ ਰੁਪਈਏ ਅਸੀਂ ਚਾਹੁੰਦੇ ਹਾਂ ਜਾਂ ਨੌਕਰੀ ਚਾਹੁੰਦੇ ਹਾਂ, ਜੇ ਕਿਧਰੇ ਉਹ ਸਾਨੂੰ ਨਾ ਮਿਲੇ, ਕਿ ਅਸੀਂ ਪਰਮਾਤਮਾ ਨੂੰ ਛੱਡ ਦੇਵਾਂਗੇ? ਸੋ ਇੱਦਾਂ ਹੀ ਕਰਾਂਗੇ, ਇਸ ਤਰੀਕੇ ਦੇ ਨਾਲ ਹੀ ਕਰਾਂਗੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ 52 ਹੁਕਮ ਨੇ, ਉਹਨਾਂ ਹੁਕਮਾਂ ਦੇ ਵਿੱਚ ਇੱਕ ਹੁਕਮ ਇਹ ਵੀ ਹੈ ਕਿ ਸਿੱਖ ਨੇ ਕਦੀ ਵੀ ਸਹੁੰ ਚੁੱਕਣ ਵਾਲਾ ਕੰਮ ਨਹੀਂ ਕਰਨਾ। ਹੁਣ ਚਲਿਆ ਜਿਹੜਾ ਹੈ ਉਹ ਸਹੁੰ ਚੁੱਕਣ ਵਾਲਾ ਕੰਮ ਹੀ ਹੈ ਕਿ ਅਸੀਂ ਮਹਾਰਾਜ ਅਸੀਂ ਸਹੁੰ ਚੁੱਕਦੇ ਹਾਂ ਵੀ ਅਸੀਂ 40 ਦਿਨ ਤੇਰੇ ਘਰ ਦੇ ਵਿੱਚ ਹਾਜ਼ਰੀ ਭਰਾਂਗੇ। ਸੋ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਰੱਬ ਜੀ ਤੇਰੀ ਖੁਸ਼ੀ ਚਾਹੀਦੀ ਹੈ, ਇੱਕ ਪਾਸੇ ਅਸੀਂ ਹੁਕਮ ਦੀ ਉਲੰਘਣਾ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੁਕਮ ਹੈ, ਸੋ ਸਾਨੂੰ ਕਿਸ ਤਰੀਕੇ ਦੇ ਨਾਲ ਖੁਸ਼ੀ ਮਿਲੇਗੀ? ਇਸ ਕਰਕੇ ਪਰਮਾਤਮਾ ਦੇ ਨਾਲੋਂ ਵਿਛੋੜਾ ਜਿਹੜਾ ਹੈ ਉਹ ਸਾਡਾ ਵੱਧਦਾ ਗਿਆ, ਬਣਿਆ ਨਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ, ਤੇਰੇ ਨਾਮ ਨੂੰ ਜਪਣ ਵਾਲੇ ਉਹ ਤਾਂ ਇਹ ਕਹਿੰਦੇ ਨੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਹਿੰਦੇ ਨੇ ਉਹ ਇਹ ਕਹਿੰਦੇ ਨੇ ਰੱਬ ਜੀ ਮੈਂ ਤੇਰੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਤਨ ਮਨ ਨੂੰ ਕੱਟ ਕੇ ਤੈਨੂੰ ਅਰਪਣ ਕਰ ਦੇਵਾਂ, ਤੇਰੇ ਵਾਸਤੇ ਆਪਣੇ ਆਪ ਨੂੰ ਅੱਗ ਦੇ ਵਿੱਚ ਸਾੜ ਦੇਵਾਂ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਆਪਣੇ ਆਪ ਨੂੰ ਅੱਗ ਦੇ ਵਿੱਚ ਸਾੜ ਦੇਵਾਂ, ਪਰ ਤੇਰੇ ਨਾਲੋਂ ਵੱਖ ਨਾ ਹੋਵਾਂ, ਤੇਰੇ ਨਾਲੋਂ ਮੇਰਾ ਵਿਛੋੜਾ ਨਾ ਪਵੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਵੇਖ ਸਵੇਰੇ ਉੱਠਦਿਆਂ ਸਾਰ ਸਰੀਰ ਸੁੱਖ ਮੰਗਦਾ ਹੈ,
ਸੁੱਖ ਤੋਂ ਭਾਵ ਇੱਕ ਹੁੰਦਾ ਵੀ ਸਾਰਿਆਂ ਦੀ ਸੁੱਖ ਮੰਗਣੀ, ਸਰਬੱਤ ਦਾ ਭਲਾ ਮੰਗਣਾ, ਇੱਕ ਹੁੰਦਾ ਸੁੱਖ ਲੈਣੇ। ਉੱਠਦਿਆਂ ਸਾਰ ਹੀ ਸਾਨੂੰ ਭੁੱਖ ਲੱਗ ਜਾਂਦੀ ਹੈ, ਇਹ ਸਰੀਰ ਚੀਕਾਂ ਮਾਰ ਲੱਗ ਪੈਂਦਾ, ਬੋਲਣ ਲੱਗ ਪੈਂਦਾ, ਭਾਈ ਉੱਠ ਭੋਜਨ ਦੇ, ਇਸ ਸਰੀਰ ਦੀ ਸੰਭਾਲ ਕਰ। ਕਹਿੰਦੇ ਨੇ ਸਵੇਰੇ ਉੱਠਦਿਆਂ ਸਾਰ ਫਿਰ ਇਹ ਸਰੀਰ ਜਿਹੜਾ ਬੋਲਣ ਲੱਗ ਪੈਂਦਾ ਵੀ ਕਮਾਏਗਾ ਕੀ, ਖਾਏਗਾ ਕੀ, ਕਈ ਕੁਛ ਬੋਲਦਾ ਹੈ। ਮਿਹਨਤ ਕਰਨੀ ਚਾਹੀਦੀ ਵੀ ਹੈ, ਪਰ ਜੇ ਬੰਦਾ ਕੇਵਲ ਇਸੇ ਵਿੱਚ ਲੱਗਾ ਰਵੇ, ਰੱਬ ਨੂੰ ਚੇਤੇ ਨਾ ਕਰੇ, ਤੇ ਫਰੀਦ ਜੀ ਕਹਿੰਦੇ ਨੇ ਫਰੀਦਾ, ਸਰੀਰ ਉੱਠਦਿਆਂ ਸਾਰ ਹੀ ਇਹ ਰੌਲਾ ਪਾਉਣ ਲੱਗ ਪੈਂਦਾ ਹੈ। ਉੱਠਦਿਆਂ ਸਾਰ ਇਹ ਰੌਲਾ ਪਾਉਣ ਲੱਗ ਪੈਂਦਾ ਹੈ ਫਰੀਦਾ, ਇਹ ਤਨ ਭੌਂਕਣਾ, ਇਹ ਤਨ ਜਿਹੜਾ ਭੌਂਕਦਾ ਹੈ ਬੇਵਜ੍ਹਾ, ਬਿਨਾਂ ਗੱਲ ਤੋਂ ਭੌਂਕਦਾ ਹੈ। ਕਦੀ ਵੀ ਤੁਸੀਂ ਸੁਣਿਆ ਹੋਵੇਗਾ, ਆਮ ਤੌਰ ਤੇ ਕੋਈ ਕੂਕਰ ਕਿਸੇ ਇਨਸਾਨ ਨੂੰ ਪਵੇ, ਕਿਸੇ ਚੋਰ ਨੂੰ ਪਵੇ, ਤੇ ਅਸੀਂ ਕਦੀ ਉਸੇ ਵਾਸਤੇ ਭੌਂਕਣਾ ਸ਼ਬਦ ਨਹੀਂ ਵਰਤਦੇ। ਕਿਸੇ ਚੋਰ ਨੂੰ ਪੈਂਦਾ ਹੋਵੇ ਨਾ, ਤਾਂ ਅਸੀਂ ਕੁੱਤੇ ਨੂੰ ਕਦੀ ਨਹੀਂ ਕਹਿੰਦੇ ਵੀ ਭੌਂਕ ਰਿਹਾ ਹੈ। ਪਰ ਜੇ ਉਹਨੂੰ ਦਿਸ ਵੀ ਕੁਛ ਨਹੀਂ ਰਿਹਾ, ਨਾ ਚੋਰ ਹੈ ਨਾ ਕੋਈ ਹੋਰ ਹੈ, ਤੇ ਗੱਲ ਦੇ ਵਿੱਚ ਰੱਸੀ ਪਾਈ ਹੈ, ਤੇ ਮਾਲਕ ਕਈ ਵਾਰ ਉਹਨੂੰ ਗੁੱਸੇ ਦੇ ਵਿੱਚ ਕਹਿ ਦਿੰਦਾ ਵੀ ਕੁੱਤਾ ਭੌਂਕੀ ਜਾਂਦਾ ਹੈ। ਔਰ ਜਿਹੜਾ ਬੰਦਾ ਸਭ ਤੋਂ ਵੱਧ ਬਕਵਾਸ ਕਰਦਾ ਹੋਵੇ, ਕਿਸੇ ਨਾਲ ਝਗੜਦਾ ਹੋਵੇ, ਉਸ ਨੂੰ ਵੀ ਅਸੀਂ ਕਹਿ ਦਿੰਦੇ ਵੀ ਭੌਂਕ ਰਿਹਾ ਹੈ। ਇਹ ਜਿਹੜਾ ਤਨ ਹੈ ਨਾ, ਇਹ ਕੁਛ ਨਾ ਕੁਛ ਬਿਨਾਂ ਵਜ੍ਹਾ ਤੋਂ ਹੀ ਕੁਛ ਨਾ ਕੁਛ ਮੰਗੀ ਜਾਂਦਾ ਹੈ ਸਭ ਕੁਛ ਹੈ, ਬਿਨਾਂ ਗੱਲ ਤੋਂ ਹੀ ਕੁਛ ਨਾ ਕੁਛ ਬੋਲੀ ਜਾ ਰਿਹਾ ਹੈ। ਤੇ ਕਹਿੰਦੇ ਨੇ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕਿੰਨਾ ਕੁ ਚਿਰ ਅਸੀਂ ਇਹਦਾ ਭੌਂਕਣਾ ਸੁਣ ਸਕਦੇ ਹਾਂ। ਨਿਤ ਨਿਤ ਦੁਖੀਏ ਕੌਣ, ਕੌਣ ਇਹਦੀਆਂ ਗੱਲਾਂ ਸੁਣ ਸੁਣ ਕੇ ਨਿਤ ਦੁਖੀ ਹੋਵੇ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ, ਆਪਣੇ ਕੰਨਾਂ ਦੇ ਵਿੱਚ ਉਹ ਰੂਹ ਦੇ ਬੁੱਝੇ ਦੇ ਲਵਾਂ, ਤਾਂ ਕਿ ਇਹਦਾ ਜਿਹੜਾ ਭੌਂਕਣਾ ਹੈ ਉਹ ਬੰਦ ਹੋ ਜਾਵੇ। ਭਾਵ ਕਿ ਜੇ ਅਸੀਂ ਬਾਣੀ ਨੂੰ ਪੜ੍ਹ ਲਵਾਂਗੇ ਤੇ ਸਾਨੂੰ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਪ੍ਰਾਪਤ ਹੋਏਗਾ, ਤੇ ਗੱਲ ਮਿਲ ਜਾਏਗੀ ਕਿ ਦਾਤਾਂ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ, ਸੰਸਾਰ ਦੇ ਜੀਵਾਂ ਨੂੰ ਸਮੱਤ ਦੇਣ ਵਾਲਾ ਪਰਮਾਤਮਾ ਹੈ। ਸੰਸਾਰ ਦੇ ਜੀਵਾਂ ਨੂੰ ਅਕਾਲ ਪੁਰਖ ਪਰਮਾਤਮਾ ਨਾਲ ਵਾਹਿਗੁਰੂ ਦਾ ਨਾਮ ਦੇਣ ਵਾਲਾ, ਆਪਣਾ ਨਾਮ ਦੇਣ ਵਾਲਾ ਪਰਮਾਤਮਾ ਹੈ। ਤੇ ਉਸੇ ਨੇ ਸਾਨੂੰ ਕਿਸੇ ਸਰੀਰ ਦੇ ਨਾਲ ਮਿਲਾ ਦੇਣਾ ਹੈ, ਸਰੀਰ ਵੀ ਸਾਨੂੰ ਉਹੀ ਮਿਲਾਉਂਦਾ ਹੈ। ਉਸੇ ਨੇ ਸਾਨੂੰ ਕਿਰਪਾ ਕਰਕੇ ਸਾਨੂੰ ਪਰਮਾਤਮਾ ਦਾ ਨਾਮ ਬਖਸ਼ ਦੇਣਾ, ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਹ ਪਹਿਲਾਂ ਸਰੀਰ ਦੇ ਰਾਹੀਂ ਹੀ ਜਪਿਆ ਜਾਂਦਾ ਹੈ। ਇਸ ਕਰਕੇ ਜੇ ਸਰੀਰ ਨੂੰ ਸਮਝਾਉਣਾ ਹੈ ਤੇ ਅਗਲੇ ਬੰਨੇ ਵੀ ਕੋਈ ਸਰੀਰ ਹੀ ਹੋਵੇਗਾ ਤਾਂ ਹੀ ਸਮਝਾਇਆ ਜਾ ਸਕਦਾ ਨਾ। ਇਹ ਤਾਂ ਹੋ ਨਹੀਂ ਸਕਦਾ ਵੀ ਇੱਕ ਪਾਸੇ ਸਰੀਰ ਹੈ ਔਰ ਦੂਜੀ ਪਾਸੇ ਆਤਮਾ ਦੀ ਆਵਾਜ਼ ਆ ਰਹੀ ਹੈ, ਫਿਰ ਤਾਂ ਇਹ ਡਰਾਵਣਾ ਮਾਹੌਲ ਹੋ ਜਾਏਗਾ। ਇਹ ਮਾਹੌਲ ਡਰਾਵਣਾ ਹੋ ਜਾਏਗਾ ਵੀ ਇੱਕ ਪਾਸੇ ਸਰੀਰ ਬੈਠਾ ਹੈ ਔਰ ਦੂਜੇ ਪਾਸੇ ਤੋਂ ਆਵਾਜ਼ ਆ ਰਹੀ ਹੈ ਪਰ ਦਿਸ ਕੋਈ ਨਹੀਂ ਰਿਹਾ। ਇਹ ਇੱਕ ਮਾਹੌਲ ਡਰਾਵਣਾ ਬਣ ਜਾਏਗਾ। ਇਸ ਕਰਕੇ ਸਾਨੂੰ ਜਿਉਂਦੇ ਬੰਦੇ ਨੂੰ ਸਮਝਾਉਣ ਵਾਸਤੇ ਸਾਹਮਣੇ ਕੋਈ ਜਿਉਂਦਾ ਸਰੀਰ ਚਾਹੀਦਾ ਹੈ, ਜਿਹੜਾ ਸਮਝਾ ਸਕੇ, ਜਿਹੜਾ ਸਾਨੂੰ ਰੱਬ ਨਾਲ ਜੋੜ ਸਕੇ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਨੇ, ਪਰ ਨਿਰੰਕਾਰ ਆਪ ਜੇ ਕਿਸੇ ਇਨਸਾਨ ਨੂੰ ਸਮਝਾਉਣਾ ਹੈ ਤੇ ਉਹਨੂੰ ਸਰੀਰ ਧਾਰਨਾ ਪੈਂਦਾ ਹੈ। ਉਹ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸਰੀਰ ਨੂੰ ਸਰੀਰ ਰਾਹੀਂ ਸਮਝਾਇਆ ਜਾ ਸਕਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਆਏ, ਉਹਨਾਂ ਨੇ ਸਮਝਾਇਆ ਕੀ ਪਖੰਡ ਹੈ, ਕੀ ਸੱਚਾਈ ਹੈ। ਉਹਨਾਂ ਨੇ ਕਿਹਾ ਮਨੁੱਖ ਦੀ ਸੇਵਾ ਕਰਨਾ ਇਹ ਸੱਚ ਹੈ, ਤੇ ਮਨੁੱਖ ਨਾਲ ਵੈਰ ਪਾ ਕੇ ਰੱਬ ਦੇ ਅੱਗੇ ਦੀਵੇ ਬਾਲਣੇ ਇਹ ਪਖੰਡ ਹੈ। ਜੇ ਮਨੁੱਖ ਦੀ ਸੇਵਾ ਕੀਤੀ ਨਹੀਂ, ਆ ਜਿਹੜਾ ਸੰਸਾਰ 'ਚ ਦਿਸ ਰਿਹਾ ਸਰੀਰ ਹੈ, ਇਹਦੇ ਨਾਲ ਪ੍ਰੇਮ ਨਾ ਕੀਤਾ, ਇਹਦੇ ਨਾਲ ਸਾਡੀ ਬਣ ਨਹੀਂ ਰਹੀ, ਔਰ ਅਕਾਲ ਪੁਰਖ ਪਰਮਾਤਮਾ ਜੀ ਦੇ ਅੱਗੇ ਅਸੀਂ ਦੀਵੇ ਬਾਲ ਕੇ ਆਰਤੀ ਕਰਦੇ ਹਾਂ, ਹੱਥ ਦੇ ਵਿੱਚ ਮਾਲਾਵਾਂ ਫੜ ਕੇ ਅਸੀਂ ਰੱਬ ਨੂੰ ਪੂਜਦੇ ਹਾਂ, ਪਰ ਇਨਸਾਨ ਦੇ ਨਾਲ ਸਾਡੀ ਕੋਈ ਬਣ ਨਹੀਂ ਰਹੀ। ਉਹਨਾਂ ਨੂੰ ਮੰਦੇ ਬਚਨ ਬੋਲ ਰਹੇ ਆ, ਨਿਰੰਕਾਰ ਨਾਲ ਕਹਿੰਦੇ ਸਾਡੀ ਪ੍ਰੀਤ ਬਣ ਜਾਵੇ। ਮਹਾਰਾਜ ਫਿਰ ਸੱਚੀ ਗੱਲ ਕਹਿਣਗੇ ਨਾ ਵੀ ਜਿਹੜਾ ਤੇਰੇ ਸਾਹਮਣੇ ਦਿਸ ਰਿਹਾ ਹੈ ਉਹਦੇ ਨਾਲ ਤੇਰੀ ਕੋਈ ਪ੍ਰੀਤ ਨਹੀਂ ਹੈ, ਪਰ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਦਿਸ ਹੀ ਨਹੀਂ ਰਿਹਾ, ਉਹਦੇ ਨਾਲ ਤੇਰੀ ਪ੍ਰੀਤ ਕਿਵੇਂ ਬਣ ਸਕਦੀ ਹੈ। ਇਸ ਕਰਕੇ ਪਹਿਲਾਂ ਦ੍ਰਿਸ਼ਟਮਾਨ ਜਿਹੜਾ ਦਿਸਦਾ ਹੈ ਉਸ ਸੰਸਾਰ ਦੇ ਜੀਵ ਦੇ ਨਾਲ ਤੇਰੀ ਬਣੇਗੀ, ਤਦੋਂ ਪਰਮਾਤਮਾ ਨਾਲ ਬਣ ਸਕਦੀ ਹੈ। ਇਹਨੂੰ ਕਹਿੰਦੇ ਨੇ ਸੁੱਖ। ਵੀ ਜੇ ਅਕਾਲ ਪੁਰਖ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਚੱਲ ਕੇ ਭਾਵੇਂ ਦੁੱਖ ਆ ਜਾਵੇ ਤਾਂ ਵੀ ਸੁਖੀ ਹੈ, ਪਰ ਜੇ ਤੂੰ ਸੁੱਖ ਚਾਹੁੰਦਾ ਹੈ, ਸੁੱਖ ਹਮੇਸ਼ਾ ਬੰਦਾ
ਮਾਇਆ ਨੂੰ ਹੀ ਸੋਚਦਾ ਹੈ ਕਿ ਸ਼ਾਇਦ ਬਹੁਤੀ ਮਾਇਆ ਹੋਵੇ ਤਾਂ ਹੀ ਸੁੱਖ ਹੁੰਦਾ ਹੈ। ਗੁਰਬਾਣੀ ਨੇ ਕਿਹਾ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਸ ਘਰ ਦੇ ਵਿੱਚ ਬਹੁਤੀ ਹੁੰਦੀ ਹੈ ਉਸ ਨੂੰ ਚਿੰਤਾ ਹੁੰਦੀ ਹੈ, ਉਹ ਫਿਰ ਸੰਭਾਲ ਕੇ ਰੱਖਦਾ ਹੈ। ਉਹਨੂੰ ਡਰ ਰਹਿੰਦਾ ਵੀ ਚੋਰ ਚੋਰੀ ਕਰਕੇ ਨਾ ਲੈ ਜੇ, ਜੇ ਬੈਂਕ ਦੇ ਵਿੱਚ ਪਿਆ ਡਰ ਰਹਿੰਦਾ ਵੀ ਕਿਤੇ ਉਹ ਕਿਤੇ ਬੰਦ ਨਾ ਹੋ ਜਾਵੇ। ਹਰੇਕ ਪ੍ਰਕਾਰ ਦਾ ਉਹਨੂੰ ਡਰ ਬਣਿਆ ਰਹਿੰਦਾ ਹੈ। ਫਿਰ ਬਹੁਤੀ ਮਾਇਆ ਵੀ ਸੁੱਖ ਨਹੀਂ ਹੈ। ਅਸਲ ਦੇ ਵਿੱਚ ਸੁੱਖ ਉਹ ਹੈ ਭਲੀ ਸੁਹਾਵੀ ਛਾਪਰੀ ਜਾਮੇ ਹਰ ਗੁਣ ਗਾਏ। ਕਹਿੰਦੇ ਨੇ ਉਹ ਛਪਰੀ ਭਲੀ ਹੈ ਜਿੱਥੇ ਬੈਠ ਕੇ ਪ੍ਰਮਾਤਮਾ ਜੀ ਦਾ ਗੁਣ ਗਾਇਆ ਜਾਂਦਾ ਹੋਵੇ। ਭਾਵੇਂ ਕਿ ਵੱਡੇ ਵੱਡੇ ਮਹਿਲ ਪਾ ਲੇ ਬੰਦਾ, ਪਰ ਜੇ ਉਹਦੇ ਵਿੱਚ ਵਾਹਿਗੁਰੂ ਦਾ ਗੁਣ ਨਹੀਂ ਹੈ, ਉਹਦੇ ਵਿੱਚ ਪਰਮਾਤਮਾ ਜੀ ਦੀ ਬੰਦਗੀ ਨਹੀਂ ਹੈ, ਤੇ ਉੱਥੇ ਸੁੱਖ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸਾਧ ਕੇ ਸੰਗ ਸਾਧ ਸੰਗ ਬਸਤ ਅਗੋਚਰ ਲਹੇ। ਸਾਧ ਸੰਗਤ ਦੇ ਵਿੱਚ ਆਣ ਕੇ ਸਾਨੂੰ ਅਗੋਚਰ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ। ਅਗੋਚਰ ਦਾ ਅਰਥ ਹੁੰਦਾ ਹੈ ਜਿੱਥੋਂ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਹੈ, ਜਿੱਥੋਂ ਤੱਕ ਸਾਡੇ ਇੰਦਰੀ ਨਹੀਂ ਪਹੁੰਚ ਸਕਦੇ। ਜਪਣਾ ਅਸੀਂ ਜੀਵ ਦੇ ਨਾਲ ਹੈ, ਸੁਣਨਾ ਕੰਨਾਂ ਨਾਲ ਹੈ, ਅੱਖਾਂ ਨਾਲ ਵੇਖਣਾ ਹੈ, ਪਰ ਜਿਹੜੀ ਪਰਮਾਤਮਾ ਦੇ ਨਾਲ ਪ੍ਰੀਤ ਬਣਦੀ ਹੈ ਨਾ, ਉਹ ਆਤਮਾ ਦੀ ਬਣਦੀ ਹੈ। ਸੋ ਨਾ ਆਤਮਾ ਦਿਸਦੀ ਹੈ, ਨਾ ਪਰਮਾਤਮਾ ਦਾ ਨਾਮ ਦਿਸਦਾ ਹੈ, ਔਰ ਨਾ ਹੀ ਪਰਮਾਤਮਾ ਖੁਦ ਦਿਸਦਾ ਹੈ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਜੇ ਬਣਾਉਣੀ ਹੈ ਤੇ ਸਾਡੀ ਆਤਮਾ ਪਰਮਾਤਮਾ ਇੱਕੋ ਜਾਣ, ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਪਵੇਗਾ। ਸਰੀਰ ਇੱਕ ਜਰੀਆ ਹੈ, ਸਰੀਰ ਇੱਕ ਜਿਹੜਾ ਹੈ ਉਹ ਇੱਕ ਕਾਰਨ ਹੈ। ਪਰ ਜੇ ਅਸੀਂ ਆਖੀਏ ਕਿ ਸਰੀਰ ਜਿਹੜਾ ਸਰੀਰ ਨੇ ਜਪ ਲਿਆ, ਆਤਮਾ ਅੰਦਰੋਂ ਜੁੜੀ ਹੈ ਜਾਂ ਨਹੀਂ ਜੁੜੀ, ਇਸ ਨਾਲ ਕੋਈ ਮਤਲਬ ਨਹੀਂ। ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖਣਾ ਪਏਗਾ, ਤਦੋਂ ਜਾ ਕੇ ਅਗੋਚਰ ਬਸਤ ਜਿਹੜੀ ਹੈ ਸਾਨੂੰ ਮਿਲ ਸਕਦੀ ਹੈ। ਕਿਉਂਕਿ ਉੱਥੋਂ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਹੈ। ਜੇ ਸਾਡੀ ਪਹੁੰਚ ਹੁੰਦੀ, ਅਸੀਂ ਭੱਜ ਦੌੜ ਕੇ ਪਰਮਾਤਮਾ ਦਾ ਨਾਮ ਲੱਭ ਲੈਂਦੇ, ਪਰਮਾਤਮਾ ਦੇ ਨਾਮ ਨੂੰ ਘਰ ਦੇ ਵਿੱਚ ਹੱਥਾਂ ਦੇ ਨਾਲ ਪਕੜ ਕੇ ਲੈ ਆਉਂਦੇ। ਇਸ ਕਰਕੇ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਆਤਮਾ ਦੇ ਨਾਲ ਜੁੜਿਆ ਹੋਇਆ ਹੈ ਕਿ ਜੇ ਬੰਦੇ ਦੀ ਆਤਮਾ ਅੰਦਰੋਂ ਆਤਮਿਕ ਤੌਰ ਤੇ ਅਕਾਲ ਪੁਰਖ ਪਰਮਾਤਮਾ ਨਾਲ ਜੁੜਿਆ ਹੋਇਆ ਹੈ, ਤੇ ਸਰੀਰ ਤੌਰ ਤੇ ਭਾਵੇਂ ਕਾਰਜ ਕਰਦਾ ਹੋਇਆ ਹੈ, ਸਰੀਰ ਤੌਰ ਤੇ ਭਾਵੇਂ ਕੋਈ ਕਿਰਤ ਕਰਦਾ ਹੋਇਆ ਹੈ, ਪਰ ਅੰਦਰ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਉਸ ਨੇ ਪਰਮਾਤਮਾ ਜੀ ਦੇ ਨਾਮ ਨੂੰ ਪ੍ਰਾਪਤ ਕਰ ਲਿਆ। ਪਰ ਬਾਹਰੀ ਤੌਰ ਤੇ ਭੇਖ ਜੇ ਕੀਤਾ ਹੋਇਆ ਹੈ, ਪਰ ਅੰਦਰ ਪਰਮਾਤਮਾ ਦੇ ਨਾਲ ਨਹੀਂ ਜੁੜਿਆ, ਸੋ ਸਤਿਗੁਰੂ ਜੀ ਕਹਿੰਦੇ ਨੇ ਇਹ ਅਗੋਚਰ ਬਸਤ ਉਸ ਦੇ ਹਿਰਦੇ ਦੇ ਵਿੱਚ ਨਹੀਂ ਟਿੱਕੀ। ਅਸਲ ਦੇ ਵਿੱਚ ਜਪਣਾ ਅਸੀਂ ਰਸਨਾ ਨਾਲ ਹੀ ਹੈ, ਸੁਣਨਾ ਕੰਨਾਂ ਨਾਲ ਹੀ ਹੈ, ਪਰ ਇਹਦਾ ਜਿਹੜਾ ਅਸਰ ਜਿਹੜਾ ਹੈ ਉਹ ਆਤਮਾ ਨੂੰ ਪ੍ਰਾਪਤ ਹੋਵੇ, ਸਾਡੀ ਆਤਮਾ ਨੂੰ ਸ਼ਾਂਤੀ ਮਿਲੇ, ਸਾਡੀ ਆਤਮਾ ਨੂੰ ਠੰਡਕ ਮਿਲੇ। ਸਾਡੀ ਆਤਮਾ ਜਿਹੜੀ ਹੈ, ਕਈ ਵਾਰੀ ਅਸੀਂ ਕਹਿੰਦੇ ਮਨੁੱਖ ਮਰਨ ਤੋਂ ਬਾਅਦ ਭਟਕਦਾ ਹੈ, ਮਨੁੱਖ ਦੀ ਆਤਮਾ ਮਰਨ ਤੋਂ ਬਾਅਦ ਭਟਕਦੀ ਹੈ। ਅਸਲ ਦੇ ਵਿੱਚ ਮਰਨ ਤੋਂ ਬਾਅਦ ਭਟਕੇ ਨਾ ਭਟਕੇ, ਪਰ ਜਿਉਂਦਿਆਂ ਜੀ ਵੀ ਇਹਦੀ ਆਤਮਾ ਭਟਕਦੀ ਫਿਰਦੀ ਹੈ, ਕਿਉਂਕਿ ਟਿਕਾਣਾ ਨਹੀਂ ਲੱਭ ਰਿਹਾ। ਅੱਜ ਸਾਡੇ ਕੋਲ ਕਿੰਨੇ ਧਰਮ ਨੇ ਔਰ ਧਾਰਮਿਕ ਥੱਕ ਗਏ, ਪਤਾ ਨਹੀਂ ਲੱਗ ਰਿਹਾ ਵੀ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਅਸੀਂ ਗੁਰੂ ਕੋਲ ਜਾਂਦੇ ਹਾਂ, ਹੋਰ ਕਿਸੇ ਪ੍ਰਾਣੀ ਨੇ ਕੋਈ ਸਾਨੂੰ ਨਵੇਕਲਾ ਢੰਗ ਦੱਸ ਦਿੱਤਾ, ਫਿਰ ਉਹਦੇ ਕੋਲ ਦੌੜ ਕੇ ਜਾਂਦੇ ਹਾਂ। ਫਿਰ ਹੋਰ ਕੋਈ ਨਵੀਂ ਕੁਆਲਿਟੀ ਬਾਬੇ ਆ ਜਾਂਦਾ, ਫਿਰ ਉਹ ਬਾਬਾ ਸਾਨੂੰ ਦੱਸਦਾ ਵੀ ਪਾਣੀ ਦੇ ਵਿੱਚ ਬੈਠਣਾ, ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਅੱਗ ਦੇ ਵਿੱਚ ਧੂਣੀਆਂ ਲਾ ਕੇ ਬੈਠਣਾ, ਇਹ ਜਪ ਤਪ ਹੈ। ਫਿਰ ਅਸੀਂ ਫਿਰ ਕਹਿੰਦੇ ਹਾਂ ਵੀ ਇਹ ਜਪ ਤਪ ਨਹੀਂ ਹੈ, ਕਿਉਂਕਿ ਮਨੁੱਖ ਚਾਹੁੰਦਾ ਹੈ ਵੀ ਸੌਖੇ ਤੋਂ ਸੌਖਾ ਤਰੀਕਾ ਲੱਭੇ। ਪਰ ਇਹ ਜਿਹੜਾ ਬਾਣੀ ਪੜ੍ਹਨ ਦਾ ਢੰਗ ਹੈ, ਇਹ ਸਭ ਤੋਂ ਸੌਖਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ। ਕਿਉਂਕਿ ਉਸ ਤੋਂ ਪਹਿਲਾਂ ਕੋਈ ਪੁੱਠਾ ਲਟਕ ਕੇ ਸਮਾਧੀ ਲਾਉਂਦਾ ਸੀ, ਕੋਈ ਆਪਣੇ ਤਨ ਦੇ ਉੱਪਰ ਸਵਾਹ ਮਲਦਾ ਸੀ, ਕੋਈ ਆਪਣੇ ਤਨ ਨੂੰ ਪਾਣੀ ਦੇ ਵਿੱਚ ਬੈਠਾ ਹੋਇਆ ਆਪਣੇ ਤਨ ਨੂੰ ਗਾਲ ਰਿਹਾ ਸੀ। ਕਿਸੇ ਨੇ ਜੰਗਲਾਂ ਦੇ ਵਿੱਚ ਬਹਿ ਕੇ ਇੰਨੀ ਭਗਤੀ ਕੀਤੀ, ਸਰੀਰ ਨਾਲੋਂ ਨਵੇਕਲਾ ਵੱਖਰਾ ਹੋ ਗਿਆ, ਸਵਾਸ ਚੜਾਲੇ, ਸਰੀਰ ਗਲ ਗਿਆ, ਉੱਥੇ ਪਿਆ ਪਿਆ, ਸਰੀਰ ਖਤਮ ਹੋ ਗਿਆ। ਇਵੇਂ ਤਰੀਕੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਢੰਗ ਦੱਸਿਆ। ਉਹ ਕਹਿੰਦੇ ਤਨ ਨਾ ਤਪਾਏ ਤਨੂਰ ਜਿਉ, ਬਾਲਨ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ। ਕਹਿੰਦੇ ਤਨ ਨੂੰ ਤਨੂਰ ਵਾਂਗੂ, ਤੰਦੂਰ ਜਿਹਦੇ ਵਿੱਚ ਆਪਾਂ ਰੋਟੀਆਂ ਲਾਉਂਦੇ ਹਾਂ, ਰੋਟੀ ਸੇਕਦੇ ਹਾਂ, ਉਹਨੂੰ ਤੰਦੂਰ ਵੀ ਆਖਿਆ ਜਾਂਦਾ, ਕੋਈ ਤਨੂਰ ਕਹਿ ਦਿੰਦਾ। ਤਨ ਨਾ ਤਪਾਏ ਤਨੂਰ ਜਿਉ, ਬਾਲਨ ਹੱਡ ਨਾ ਬਾਲ,
ਇਹ ਹੱਡੀਆਂ ਨੂੰ ਬਾਲਣ ਦੀ ਤਰ੍ਹਾਂ, ਲੱਕੜੀ ਦੀ ਤਰ੍ਹਾਂ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਕਹਿੰਦੇ ਨੇ ਸਿਰ ਨੇ ਤੇ ਪੈਰਾਂ ਨੇ, ਸਰੀਰ ਨੇ ਤੇਰਾ ਕੀ ਵਿਗਾੜਿਆ। ਪਰਮਾਤਮਾ ਨੂੰ ਤਾਂ ਅੰਦਰੋਂ ਸੰਭਾਲਣਾ ਸੀ। ਬਾਹਰੀ ਤੌਰ ਤੇ ਤਪ ਕਰਨ ਦੇ ਨਾਲ, ਬਾਹਰੀ ਤੌਰ ਤੇ ਸਰੀਰ ਨੂੰ ਤਪਾਉਣ ਦੇ ਨਾਲ ਕਦੇ ਕਿਸੇ ਨੂੰ ਲਾਭ ਨਹੀਂ ਹੋਇਆ, ਸਗੋਂ ਅੰਦਰ ਆਤਮੇ ਨੂੰ ਪਰਮਾਤਮਾ ਨਾਲ ਜੋੜ ਲਈਏ। ਮਹਾਰਾਜ ਕਹਿੰਦੇ ਤੈਨੂੰ ਬਸਤ ਅਗੋਚਰ ਜਿਹੜੀ ਹੈ, ਜਿੱਥੋਂ ਤੱਕ ਸਾਡੇ ਸਰੀਰ ਦੀ ਪਹੁੰਚ ਨਹੀਂ ਹੈ, ਉਹ ਪ੍ਰਾਪਤ ਹੋਏ ਜੇਗੀ। ਸਤਿਗੁਰੂ ਜੀ ਕਹਿੰਦੇ ਨੇ ਸਾਧੂ ਕੈ ਸੰਗ ਅਜਰ ਸਹਿ, ਜਿਹੜਾ ਸਾਧੂ ਦੀ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਆ ਗਿਆ, ਫਿਰ ਅਜਰ ਨੂੰ ਵੀ ਜਰ ਲੈਂਦਾ ਹੈ, ਅਜਰ ਨੂੰ ਵੀ ਜਰ ਲੈਂਦਾ ਹੈ। ਔਰ ਸਭ ਤੋਂ ਵੱਧ ਇਹ ਸੁਖਮਨੀ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹ ਰਹੇ ਹਾਂ ਨਾ, ਇਹ ਕਿਸ ਗੁਰੂ ਸਾਹਿਬ ਜੀ ਦੀ ਹੈ? ਇਹ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਜੀ ਦੀ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਜਰ ਨੂੰ ਵੀ ਕਿਵੇਂ ਜਰ ਰਹੇ ਨੇ, ਅਜਰ ਨੂੰ ਕਿਵੇਂ ਜਰਿਆ ਜਾਂਦਾ ਹੈ? ਚੰਦੂ ਜਹਾਂਗੀਰ ਦੀ ਸ਼ਹਿ ਦੇ ਉੱਪਰ, ਜਹਾਂਗੀਰ ਬਾਦਸ਼ਾਹ ਦਾ ਇਹ ਦੀਵਾਨ ਹੈ, ਉਸ ਦੀ ਸਲਾਹਕਾਰ ਹੈ ਜਹਾਂਗੀਰ ਦਾ ਚੰਦੂ। ਇਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਪੱਕਾ ਕਰ ਦਿੱਤਾ ਗਿਆ ਸੀ। ਚੰਦੂ ਨੇ ਭੇਜੇ ਸੀ ਕਿ ਧੀ ਦਾ ਰਿਸ਼ਤਾ ਕਰਨਾ ਹੈ, ਬੰਦੇ ਭੇਜੇ ਕਿ ਕਿਸੇ ਤਰੀਕੇ ਦੇ ਨਾਲ ਜੋ ਸਾਡੇ ਮੇਲ ਦਾ ਹੋਵੇ, ਵਧੀਆ ਤਰੀਕੇ ਵਾਲਾ ਅਗਲੇ ਬੰਨੇ ਹੋਵੇ, ਉਸ ਦੇ ਨਾਲ ਸਾਡੀ ਧੀ ਦਾ ਰਿਸ਼ਤਾ ਜੋੜਨਾ ਹੈ। ਔਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜੋਗ ਵਰ ਜਾਣ ਕੇ ਕਰ ਦਿੱਤਾ। ਤੇ ਚੰਦੂ ਕਹਿੰਦਾ ਵੀ ਤੁਸੀਂ ਚਬਾਰੇ ਦੀ ਜਿਹੜੀ ਇੱਟ ਹੈ ਮੋਰੀ ਨੂੰ ਲਾ ਦਿੱਤੀ। ਚਬਾਰਾ ਉਹ ਆਪਣੇ ਆਪ ਨੂੰ ਕਹਿੰਦਾ ਹੈ, ਚਬਾਰੇ ਤੋਂ ਭਾਵ ਉੱਚਾ, ਤੇ ਮੋਰੀ ਉਹ ਗੁਰੂ ਸਾਹਿਬ ਜੀ ਨੂੰ ਕਹਿ ਰਿਹਾ ਹੈ, ਭਾਵ ਕਿ ਇਸ ਘਰ ਦੇ ਵਿੱਚ ਨੀਵਾਂ, ਗੁਰੂ ਘਰ ਨੂੰ ਨੀਵਾਂ ਕਹਿ ਰਿਹਾ ਹੈ, ਗੁਰੂ ਅਰਜਨ ਸਾਹਿਬ ਜੀਆਂ ਨੂੰ ਨੀਵਾਂ ਕਹਿ ਰਿਹਾ ਹੈ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ, ਉਹਨਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਚੰਦੂ ਨੇ ਇਸ ਤਰ੍ਹਾਂ ਦੇ ਨਾਲ ਬਚਨ ਕੀਤਾ ਹੈ, ਗੁਰੂ ਘਰ ਨੂੰ ਨੀਵਾਂ ਦੱਸਿਆ, ਵਿਖਾਉਣ ਦਾ ਯਤਨ ਕੀਤਾ ਹੈ। ਸੋ ਇਹੋ ਜਿਹੇ ਮਨੁੱਖ ਦਾ, ਹੰਕਾਰੇ ਮਨੁੱਖ ਦਾ ਰਿਸ਼ਤਾ ਕਬੂਲ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਰਿਸ਼ਤਾ ਨਹੀਂ ਕਬੂਲ ਕਰਨਾ ਚਾਹੀਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਨਾ ਕਰ ਦਿੱਤੀ, ਮਨਾ ਕਰ ਦਿੱਤਾ ਕਿ ਇਹ ਰਿਸ਼ਤਾ ਨਹੀਂ ਹੋ ਸਕਦਾ। ਇੱਕ ਇਹ ਕਾਰਨ ਬਣ ਗਿਆ। ਔਰ ਜੋ ਗੁਰੂ ਦੇ ਸਿੱਖ ਜਿਵੇਂ ਸਾਈਂ ਮੀਆਂ ਮੀਰ ਜੀ, ਹੋਰ ਕਈ ਮੁਸਲਮਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿੱਤਰ ਬਣ ਗਏ। ਇਸ ਕਰਕੇ ਜਹਾਂਗੀਰ ਬਾਦਸ਼ਾਹ ਵੀ ਅੰਦਰੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਲੱਗਣ ਲੱਗ ਪਿਆ। ਉਹ ਵੀ ਸੋਚਦਾ ਹੈ ਵੀ ਇੱਕ ਮੁਸਲਮਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਵਿੱਚ ਜਾਂਦਾ ਕਿਉਂ ਹੈ, ਕਿਉਂ ਉਹਨਾਂ ਦਾ ਸਤਿਕਾਰ ਕਰਦਾ ਹੈ, ਕਿਉਂ ਉਹਨਾਂ ਨਾਲ ਪਿਆਰ ਕਰਦਾ ਹੈ। ਇਸ ਕਰਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜਹਾਂਗੀਰ ਦੇ ਰਾਹੀਂ ਸੁਨੇਹਾ ਭਿਜਵਾ ਕੇ ਤੇ ਕਹਿੰਦੇ ਉਹਨਾਂ ਨੂੰ ਬੁਲਾ ਲਿਆ, ਲਾਹੌਰ ਵਿਖੇ ਬੁਲਾਇਆ। ਤੇ ਕਹਿੰਦੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ ਤੇ ਚੰਦੂ ਕੀ ਕਰਦਾ ਹੈ, ਆਪਣੇ ਘਰ ਦੇ ਵਿੱਚ ਲੈ ਜਾਂਦਾ ਹੈ ਗੁਰੂ ਅਰਜਨ ਸਾਹਿਬ ਜੀਆਂ ਨੂੰ, ਤੇ ਇੱਕ ਹੀ ਗੱਲ ਬਾਰ-ਬਾਰ ਦੁਹਰਾਈ ਜਾਂਦਾ ਹੈ ਕਿ ਮੇਰੀ ਧੀ ਦਾ ਰਿਸ਼ਤਾ ਲੈ ਲਵੋ, ਤੁਹਾਨੂੰ ਮੈਂ ਜਾਨ ਤੁਹਾਡੀ ਬਖਸ਼ ਦੇਵਾਂਗਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਨਾ ਕਰ ਦਿੰਦੇ ਨੇ। ਤੇ ਚੰਦੂ ਕੀ ਕਰਦਾ ਹੈ, ਕਈ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਭੁੱਖਿਆਂ ਰੱਖਦਾ ਹੈ, ਭੋਜਨ ਨਹੀਂ ਦਿੰਦਾ। ਔਰ ਕਈ ਦਿਨ ਨੀਂਦਰੇ ਦੇ ਵਿੱਚ ਰੱਖਦਾ ਹੈ, ਨੀਂਦ ਨਹੀਂ ਪੂਰੀ ਹੋਣ ਦਿੰਦਾ। ਸਿਪਾਹੀਆਂ ਦੀ ਇਹ ਡਿਊਟੀ ਲਾ ਦਿੱਤੀ ਗਈ, ਰਾਤ ਨੂੰ ਸੌਣ ਨਹੀਂ ਦੇਣਾ, ਆਰਾਮ ਨਹੀਂ ਕਰਨ ਦੇਣਾ ਇਹਨਾਂ ਨੂੰ, ਨਾ ਪਾਣੀ ਦਾ ਘੁੱਟ ਦੇਣਾ ਹੈ। ਔਰ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜਦੋਂ ਇਹ ਆਪਣੇ ਹੀਲੇ ਦੇ ਵਿੱਚ ਕਾਮਯਾਬ ਨਾ ਹੋ ਸਕਿਆ ਤੇ ਇਹਦੇ ਤਸੀਹੇ, ਇਹਦੇ ਕ੍ਰੋਧ ਦਾ ਜਿਹੜਾ ਹੋਰ ਭਾਂਡਾ ਭਰਦਾ ਗਿਆ, ਜਿਵੇਂ ਕਹਿ ਲਓ ਕਿ ਪਾਪ ਦਾ ਘੜਾ ਭਰਦਾ ਗਿਆ, ਇਸ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਦਿੱਤਾ ਗਿਆ ਔਰ ਸਿਰ ਦੇ ਉੱਪਰ ਤੱਤੀ ਰੇਤ ਪਾ ਦਿੱਤੀ ਗਈ। ਇਸ ਅਜਾਰ ਨੂੰ ਕਿਵੇਂ ਜਰਿਆ ਜਾ ਸਕਦਾ ਹੈ? ਅੱਜ ਉਸੇ ਹੀ ਗੁਰੂ ਦੀ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਔਰ ਸਭ ਤੋਂ ਵੱਧ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ। ਤੇ ਸੁਖਮਨੀ ਸਾਹਿਬ ਪੜ੍ਹਨ ਵਾਲਾ ਬੰਦਾ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਬੰਦਾ ਜੇ ਕੁਝ ਕੁ ਸੁੱਖ ਨਾ ਮਿਲੇ, ਰੱਬ ਦੇ ਨਾਲ ਉਲਾਂਭੇ ਦੇਣ ਲੱਗ ਪੈਂਦਾ ਹੈ ਕਿ ਰੱਬਾ ਮੈਨੂੰ ਕੁਝ ਦਿੱਤਾ ਹੀ ਨਹੀਂ ਹੈ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ,
ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਚੇਤੇ ਦੇ ਵਿੱਚ ਰੱਖ ਲਿਆ ਕਰੀਏ। ਉਹਨਾਂ ਨੂੰ ਭੁੱਖਿਆਂ ਵੀ ਰੱਖਿਆ ਗਿਆ, ਉਹਨਾਂ ਨੇ ਕੋਈ ਗਿਲਾ ਨਹੀਂ ਕੀਤਾ। ਪਾਣੀ ਦਾ ਘੁੱਟ ਨਹੀਂ ਮਿਲਿਆ, ਕੋਈ ਗਿਲਾ ਨਹੀਂ ਕੀਤਾ ਰੱਬ ਦੇ ਉੱਪਰ। ਉਹਨਾਂ ਨੂੰ ਤੱਤੀ ਤਵੀ ਦੇ ਉੱਪਰ ਬਿਠਾ ਦਿੱਤਾ ਗਿਆ, ਕੋਈ ਗਿਲਾ ਨਹੀਂ ਕੀਤਾ। ਤੱਤੀ ਰੇਤਾ ਸਿਰ ਦੇ ਉੱਪਰ ਪਾਈ ਗਈ, ਕੋਈ ਗਿਲਾ ਨਹੀਂ ਕੀਤਾ। ਸਗੋਂ ਇਹੀ ਆਖਿਆ ਕਿ ਤੇਰਾ ਭਾਣਾ ਮਿੱਠਾ ਲੱਗੇ। ਕਹਿੰਦੇ ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਜੋ ਤੂੰ ਕਰ ਰਿਹਾ ਹੈ ਉਹ ਸਭ ਕੁਝ ਸਹੀ ਹੈ। ਹੇ ਅਕਾਲ ਪੁਰਖ ਪਰਮਾਤਮਾ, ਇਹ ਤੇਰੀ ਵਡਿਆਈ ਮਿਲ ਰਹੀ ਹੈ, ਮੈਨੂੰ ਜਿਹੜੀ ਸ਼ਕਤੀ ਮਿਲ ਰਹੀ ਹੈ, ਅਜਰ ਨੂੰ ਜਰ ਰਿਹਾ ਮੈਂ, ਇਹ ਵੀ ਤੇਰੀ ਕਿਰਪਾ ਹੀ ਹੈ ਨਾ। ਕਿ ਜਿਸ ਸੇਕ ਨੂੰ ਲੱਗਣ ਦੇ ਨਾਲ ਮਨੁੱਖ ਤੜਫੁੱਟਦਾ ਹੈ, ਹੱਥ ਦੇ ਵਿੱਚ ਕੋਈ ਸੇਕ ਲੱਗ ਜਾਵੇ। ਕਈ ਵਾਰੀ ਅਸੀਂ ਭੋਜਨ ਪਕਾਉਂਦੇ ਹਾਂ, ਰੋਟੀ ਲਾਉਂਦਿਆਂ ਹੱਥ ਨੂੰ ਸੇਕ ਲੱਗ ਜਾਵੇ, ਸਾਡੇ ਤੋਂ ਜਰਿਆ ਨਹੀਂ ਜਾਂਦਾ, ਬਹੁਤ ਦੁੱਖ ਲੱਗਦਾ ਹੈ ਸਰੀਰ ਨੂੰ। ਪਰ ਇੱਕ ਪੂਰਾ ਹੀ ਸਰੀਰ ਤੱਤੀ ਤਵੀ ਦੇ ਉੱਪਰ ਬਿਠਾ ਦਿੱਤਾ ਗਿਆ ਹੋਵੇ, ਤੱਤੀ ਰੇਤ ਸਿਰ ਦੇ ਉੱਪਰ ਪਾਈ ਗਈ ਹੋਵੇ, ਅੱਤ ਦੀ ਗਰਮੀ ਦੇ ਵਿੱਚ, ਜੂਨ ਜੁਲਾਈ ਦੇ ਮਹੀਨੇ ਦੇ ਵਿੱਚ, ਜੇਠ ਹਾੜ ਦਾ ਜਿਹੜਾ ਮਹੀਨਾ ਹੈ, ਜਿਸ ਦੇ ਵਿੱਚ ਬਹੁਤ ਭਾਰੀ ਗਰਮੀ ਪੈਂਦੀ ਹੈ, ਉਸ ਅੱਤ ਦੀ ਗਰਮੀ ਦੇ ਵਿੱਚ ਪਿਆਸਿਆਂ ਰੱਖਣਾ, ਭੁੱਖਿਆਂ ਰੱਖਣਾ, ਫਿਰ ਤੱਤੀ ਤਵੀ ਦੇ ਉੱਤੇ ਬਿਠਾ ਦੇਣਾ। ਫਿਰ ਇਹ ਗੱਲ ਵੇਖੋ, ਜਿਨ੍ਹਾਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ, ਫਿਰ ਅੱਗੇ ਜਾ ਕੇ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਸਾਧੂ ਕੇ ਸੰਗ ਅਜਰ ਜਰੇ, ਅਜਰ ਜਿਹੜਾ ਜਰਿਆ ਨਹੀਂ ਜਾ ਸਕਦਾ ਉਹਨੂੰ ਵੀ ਜਰ ਲੈਣਾ। ਸਾਧ ਸੰਗਤ ਸਾਨੂੰ ਇਹ ਸਿਖਾਉਂਦੀ ਹੈ ਵੀ ਬੰਦਿਆ ਤੂੰ ਭੁੱਖ ਜਾ ਜਰਨ ਕਰਕੇ ਰੱਬ ਨੂੰ ਉਲਾਮੇ ਦੇਣਾ। ਵੇਖ ਗੁਰਸਿੱਖਾਂ ਨੇ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ, ਉਹਨਾਂ ਦਾ ਗੁਰੂ ਵੀ ਮਹਾਨ ਹੈ, ਉਹ ਸਿੱਖ ਵੀ ਮਹਾਨ ਹੈ, ਜਿਹੜੇ ਆਪ ਤਾਂ ਉਬਲਦੀਆਂ ਦੇਗਾਂ ਦੇ ਵਿੱਚ ਬੈਠ ਗਏ, ਫਿਰ ਤੱਤੀ ਤਵੀ ਦੇ ਉੱਪਰ ਬੈਠ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਦਿਆਲਾ ਜੀ ਦੇਗ ਦੇ ਵਿੱਚ ਉਬਾਲੇ ਗਏ। ਭਾਈ ਸਤੀ ਦਾਸ ਜੀ, ਉਹਨਾਂ ਨੂੰ ਕੀ ਕੀਤਾ, ਰੂੰ ਦੇ ਵਿੱਚ ਲਪੇਟ ਕੇ ਫਿਰ ਸਾੜ ਦਿੱਤਾ ਗਿਆ। ਔਰ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਪਰ ਮਹੰਤ ਨਰੈਣੂ ਸੀ ਨਾ, ਉਸਨੇ ਕਿਹਾ ਮੈਂ ਗੁਰੂ ਘਰ ਆਜ਼ਾਦ ਨਹੀਂ ਕਰਨਾ, ਇਹ ਗੁਰੂ ਘਰ ਮੇਰਾ ਹੈ। ਗੁਰੂ ਦਾ ਘਰ ਆਪਣਾ ਬਣਾ ਲਿਆ। ਸੰਗਤਾਂ ਨੂੰ ਬਚਨ ਬੁਰੇ ਬੋਲਣੇ, ਸੰਗਤਾਂ ਨੂੰ ਮੰਦੇ ਬਚਨ ਬੋਲਣੇ। ਤੇ ਭਾਈ ਲਛਮਣ ਸਿੰਘ ਧਾਰੋਵਾਲ ਅਤੇ ਹੋਰ ਗੁਰੂ ਦੇ ਸਿੱਖ ਉਹ ਗਏ, ਉਹਨਾਂ ਨੇ ਜਾ ਕੇ ਗੁਰੂ ਘਰ ਨੂੰ ਆਜ਼ਾਦ ਕਰਵਾਇਆ। ਆਜ਼ਾਦ ਕਿਵੇਂ ਕਰਾਇਆ? ਉਹਨਾਂ ਦੇ ਸਰੀਰ ਨੂੰ ਪੁੱਠਾ ਲਟਕਾ ਦਿੱਤਾ ਗਿਆ, ਜੰਡ ਨਾਲ ਬੰਨ੍ਹ ਕੇ ਛਾੜ ਦਿੱਤਾ ਗਿਆ। ਇੱਥੋਂ ਤੱਕ ਕਿ ਉੱਥੇ ਜਿਹੜੇ ਸਿੱਖ ਗਏ ਸਨ, ਨਿੱਕੇ ਨਿੱਕੇ ਟੁਕੜੇ ਕਰ ਦਿੱਤੇ ਗਏ ਸਨ ਉਹਨਾਂ ਦੇ। ਅਜਰ ਨੂੰ ਕਿਵੇਂ ਜਰਿਆ ਜਾ ਸਕਦਾ ਹੈ? ਸਾਡੇ ਤੋਂ ਭੁੱਖ ਨਹੀਂ ਜਰੀ ਜਾ ਸਕਦੀ। ਅਸੀਂ ਭੁੱਖੇ ਰਹਿ ਕੇ ਜੇ ਕਿਧਰੇ ਸਾਨੂੰ ਭੋਜਨ ਨਾ ਪ੍ਰਾਪਤ ਹੋਵੇ, ਅਸੀਂ ਰੱਬ ਨੂੰ ਉਲਾਮੇ ਦੇਣੇ, ਰੱਬ ਜੀ ਦਿੱਤਾ ਕੁਛ ਨਹੀਂ ਹੈ। ਕੀਤੇ ਹੋਏ ਦੁੱਖ, ਕਿਉਂਕਿ ਸਾਡੇ ਜਿਹੜੇ ਕਰਮ ਨੇ, ਇਹਨਾਂ ਕਰਮਾਂ ਕਰਕੇ ਸਾਨੂੰ ਦੁੱਖ ਮਿਲਦੇ ਨੇ। ਜਿਹੋ ਜੇ ਅਸੀਂ ਕਰਮ ਕਰਦੇ ਹਾਂ, ਉਹਨਾਂ ਕਰਮਾਂ ਦੇ ਕਰਕੇ ਅਸੀਂ ਦੁੱਖ ਇਕੱਠੇ ਕਰ ਲਏ। ਉਹ ਦੁੱਖ ਇਕੱਠੇ ਕੀਤੇ ਹੋਏ ਜਦੋਂ ਫਿਰ ਅਸੀਂ ਵਰਤਦੇ ਹਾਂ, ਫਿਰ ਉਹ ਦੁੱਖ ਜਿਹੜੇ ਨੇ ਉਹ ਵਰਤੋਂ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ, ਫਿਰ ਅਸੀਂ ਰੱਬ ਦੇ ਅੱਗੇ ਉਲਾਮਾ ਦਿੰਦੇ ਹਾਂ, ਮਹਾਰਾਜ ਦਿੱਤਾ ਹੀ ਕੁਛ ਨਹੀਂ ਹੈ, ਦੁੱਖ ਹੀ, ਸਿਰਫ ਦੁੱਖ ਹੀ ਦਿੱਤੇ ਨੇ। ਇੱਥੋਂ ਤੱਕ ਕਿ ਜੇ ਕਿਧਰੇ ਬੰਦੇ ਨੂੰ ਕੁਛ ਨਾ ਪ੍ਰਾਪਤ ਹੋਵੇ, ਬੰਦਾ ਗਲ ਦੇ ਵਿੱਚ ਫਾਹਾ ਪਾ ਕੇ ਮਰ ਜਾਂਦਾ ਹੈ ਕਿ ਰੱਬਾ ਇਹਦੇ ਨਾਲੋਂ ਚੰਗਾ ਮੈਨੂੰ ਮੌਤ ਦੇ ਦੇਵੇ। ਪਰ ਇਹ ਕਿਹੋ ਜਿਹੇ ਸਿੱਖ ਨੇ ਜਿਹੜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਾਂਗੂ ਤਤੀ ਤਵੀ ਤੇ ਬੈਠ ਜਾਂਦੇ ਨੇ? ਕਿਹੋ ਜਿਹੇ ਸਿੱਖ ਨੇ ਜਿਹੜੇ ਦੇਗ ਦੇ ਵਿੱਚ ਉਬਾਲੇ ਜਾਂਦੇ ਨੇ? ਕਿਹੋ ਜਿਹੇ ਸਿੱਖ ਨੇ ਜਿਹੜੇ ਰੂਹ ਦੇ ਵਿੱਚ ਬੰਨ੍ਹ ਕੇ ਵੀ ਸਾੜੇ ਜਾਣ ਤਾਂ ਵੀ ਇਹੋ ਆਖਦੇ ਨੇ ਮੇਰਾ ਸਿੱਖੀ ਸਿਦਕ ਨਾ ਜਾਵੇ। ਖੋਪਰ ਲੁਹਾ ਦੇ ਲਾ, ਜਿਉਂਦਿਆਂ ਦਾ ਖੋਪੜੀ ਲਾ ਦਿੱਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ 21 ਦਿਨ ਜਿਉਂਦੇ ਰਹਿਣਾ। ਫਿਰ 21 ਆਪੇ ਹਿਸਾਬ ਲਾ ਲਓ ਇਹ ਦਰਦ ਕਿਹੋ ਜਿਹੀ, ਕਿੰਨੀ ਭਿਆਨਕ ਹੋਏਗੀ। ਤਦੋਂ ਵੀ ਉਹ ਸ਼ੁਕਰ ਕਰਦੇ ਨੇ ਰੱਬ ਜੀ ਦਾ। ਸਾਧੂ ਕੇ ਸੰਗ, ਸਾਧ ਕੇ ਸੰਗ, ਇਨਸਾਨ ਜਿਨ੍ਹਾਂ ਨੇ ਸਾਧੂਆਂ ਦਾ ਸੰਗ ਕੀਤਾ, ਕਿਉਂਕਿ ਸਾਡੇ ਕੋਲ ਗੁਰੂ ਦੀ ਸੰਗਤ ਨਹੀਂ ਹੋ ਰਹੀ, ਇਸ ਕਰਕੇ ਦੁੱਖ ਸਾਨੂੰ ਵਿਆਪਦੇ ਨੇ। ਗੁਰੂ ਦੀ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈ, ਇਸ ਕਰਕੇ ਸਾਡੇ ਕੋਲ ਦੁੱਖ ਜਿਹੜਾ ਬਹੁਤ ਭਾਰੇ ਹੋ ਗਏ। ਸਿੱਖ ਸਿਧਾਂਤ ਭੁੱਲ ਗਿਆ, ਸਿੱਖਾਂ ਦੀਆਂ ਕੁਰਬਾਨੀਆਂ ਭੁੱਲ ਗਏ। ਅਸੀਂ ਇਹ ਸਪੈਸ਼ਲ ਆਖਿਆ ਗਿਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,
ਬੰਦ 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 ਦਾ ਅਰਥ ਹੁੰਦਾ ਹੈ ਨਿੱਕੇ ਨਿੱਕੇ ਟੁਕੜੇ। ਸਿੰਘ ਜੀ ਨਿੱਕੇ ਨਿੱਕੇ ਟੁਕੜੇ ਕਰਕੇ ਸ਼ਹੀਦ ਕੀਤਾ। ਸਰੀਰ ਦੇ ਨਿੱਕੇ ਨਿੱਕੇ ਬੰਦ ਬੰਦ ਪੋਟਾ ਪੋਟਾ ਕੱਟ ਕੇ, ਥੋੜਾ ਥੋੜਾ ਕੱਟ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ। ਬੰਦ ਬੰਦ ਕਟਾਈ, ਖੋਪਰੀਆਂ ਲੁਹਾਈਆਂ ਭਾਈ ਤਾਰੂ ਸਿੰਘ ਜੀ। ਚਰਖੀਆਂ ਤੇ ਚੜੇ ਸ਼ਾਹਬਾਜ਼ ਸਿੰਘ, ਸ਼ਬੇਗ ਸਿੰਘ ਦੋਵੇਂ ਪਿਓ। ਆਰਿਆਂ ਨਾਲ ਚਰਾਏ ਗਏ ਭਾਈ ਮਤੀ ਦਾਸ ਜੀ। ਕਹਿੰਦੇ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰਦੁਆਰਿਆਂ ਦੀਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ। ਕਿੰਨੇ ਉਹਨਾਂ ਵਿੱਚ ਬੱਚੇ ਨੇ, ਕਿੰਨੀਆਂ ਹੀ ਉਹਨਾਂ ਵਿੱਚ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਸੰਭਾਲ ਲਈ। ਆਪਣੇ ਤਨ ਦੀ ਪਰਵਾਹ ਨਹੀਂ ਕੀਤੀ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖਿਆ। ਤੇ ਆਪਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਉਹਨਾਂ ਨੇ ਜਿਹੜੀ ਘਾਲਣਾ ਘਾਲੀ ਹੈ, ਕੀ ਚੇਤੇ ਕਰਨਾ ਜੀ? ਵਾਹਿਗੁਰੂ। ਸਾਨੂੰ ਵਾਹਿਗੁਰੂ ਚੇਤੇ ਆਵੇ ਕਿ ਹੇ ਵਾਹਿਗੁਰੂ ਸਾਨੂੰ ਵੀ ਇਹੋ ਜਿਹੀ ਸ਼ਕਤੀ ਬਖਸ਼ਿਸ਼ ਕਰ, ਸਾਨੂੰ ਵੀ ਇਹੋ ਜਿਹਾ ਢੰਗ, ਇਹੋ ਜਿਹਾ ਨਾਮ ਬਖਸ਼ਿਸ਼ ਕਰ ਜਿਸ ਨਾਮ ਦੀ ਪ੍ਰੀਤ ਬਦਲੇ ਬੰਦਾ ਤਨ ਤਾਂ ਕਟਵਾ ਸਕਦਾ ਹੈ ਪਰ ਪਰਮਾਤਮਾ ਦੇ ਤੋਂ ਬਲਿਹਾਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਆਪ ਮੇਰੇ ਸਰੀਰ ਨੂੰ ਜਿਹੜਾ ਕਿਤੇ ਸੇਕ ਨਹੀਂ ਜਰ ਸਕਦਾ ਸੀਗਾ, ਇਸ ਸਰੀਰ ਦੀ ਕਦਰ ਪੈ ਗਈ, ਇਸ ਤਨ ਦੀ ਕਦਰ ਪੈ ਗਈ, ਇਸ ਆਤਮੇ ਨੂੰ ਜਿੱਤ ਲਿਆ। ਗੁਰੂ ਸਾਹਿਬ ਜੀ ਗੁਰੂ ਸਾਡੇ ਉੱਪਰ ਵੀ ਮਿਹਰਾਮਤ ਕਰ, ਨਾਮ ਦਾ ਖਜ਼ਾਨਾ, ਨਾਮ ਦੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਵੀ ਪਾ, ਤਾਂ ਕਿ ਅਸੀਂ ਦੁੱਖ ਸੁੱਖ ਦੇ ਵਿੱਚ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ। ਲੜੀਵਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸ਼ਬਦ ਵਿਚਾਰ।